ਡੀਅਰ ਸਟੂडेंट, जिस तरह तुसी जानते हो कि असी वैक्टर चैप्टर जिहड़ा है वो डिस्कस कर रहे हैं ते अज असी जिहड़ा है वैक्टर पार्ट 8 दे विच टॉपिक रेजोल्यूशन ऑफ ए वैक्टर नूं आपां डिस्कस करांगे कि व्हाट इज रेजोल्यूशन ऑफ अ वैक्टर। नाउ रेजोल्यूशन ऑफ अ वैक्टर की चीज है, इस नूं समझण तो पहला असी ਇਹ दो टॉपिक दोबारा देखते हैं। एक टॉपिक असी पढ़िया सी ट्राइएंगल लॉ ऑफ वैक्टर एडिशन, जिहदे विच असी दो वैक्टर्स नूं ऐड करके एक असी रिजल्टेंट वैक्टर जिहड़ा आपां प्रोड्यूस कीता सीगा। क्लियर? फॉर एग्जांपल मान लो ये दो वैक्टर्स ने, ए वैक्टर ते ए दूसरा वैक्टर है बी वैक्टर। दे आर रिप्रेजेंटेड बाय द टू साइड्स ऑफ ए ट्राइएंगल इन द सेम ऑर्डर। क्लियर? ऑलरेडी आपां पढ़िया। इन्हां दोनों नूं असी ऐड करके एक असी बनाया सी उहदा रिजल्टेंट वैक्टर, ते जिहड़ा रिजल्टेंट वैक्टर सीगा ओहदी वैल्यू कितनी आई सी, ए वैक्टर प्लस साडे कोल कितना आंदा सीगा बी वैक्टर। नाउ इन्हां दोनों वैक्टरां नूं ऐड कीता, ऐड करन तो बाद साडे कोल एक सिंगल वैक्टर बनिया, ओहदा नाम सीगा रिजल्टेंट वैक्टर। इस नूं बोलदे आ कंपोजिशन ऑफ वैक्टर्स। दो वैक्टर इकट्ठे करके एक सिंगल वैक्टर आपां जिहड़ा तैयार करना, दैट इज द कंपोजिशन ऑफ वैक्टर। पर अज दा जिहड़ा टॉपिक है, इट इज द रेजोल्यूशन ऑफ ए वैक्टर। इट इज द ऑपोजिट टू कंपोजिशन ऑफ वैक्टर। हुण दो वैक्टर ऐड करके सिंगल नहीं बनाना, हुण की करांगे, एक सिंगल वैक्टर नूं दो ਜਾਂ दो तो ਵੱਧ ਉਹਦੇ ਜਿਹੜੇ ਆ ਪਾਰਟਸ ਵਿੱਚ ਉਹਨੂੰ ਆਪਾਂ ਡਿਵਾਈਡ ਕਰਨਾ ਹੈ। ਫੋਰ ਐਗਜ਼ਾਮਪਲ ਇਹ r ਵੈਕਟਰ ਹੈ, ਇਹਨੂੰ ਮੈਂ ਦੋ ਪਾਰਟਸ ਵਿੱਚ ਡਿਵਾਈਡ ਕਰ ਦਿੱਤਾ। r ਵੈਕਟਰ ਇਜ਼ ਇਕੁਅਲ ਟੂ a ਵੈਕਟਰ ਪਲੱਸ b ਵੈਕਟਰ। ਨਾਓ these are the component vectors, ਜਿਹੜੇ ਇਹਦੇ ਹਿੱਸੇ ਬਣੇ ਨੇ a ਤੇ b, they are called component vectors. It means resolution ਤੇ ਕੰਪੋਜੀਸ਼ਨ ਦੇ ਆਰ ਆਪੋजिट। ਕੰਪੋਜੀਸ਼ਨ ਵਿੱਚ ਦੋ ਵੈਕਟਰ ਐਡ ਕਰਕੇ ਸਿੰਗਲ ਬਣੇਗਾ। ਤੇ ਅੱਜ ਦਾ ਟੌਪਿਕ ਜਿਹੜਾ ਰੈਜ਼ੋਲੂਸ਼ਨ ਹੈ, ਇੱਕ ਵੈਕਟਰ ਨੂੰ ਦੋ ਜਾਂ ਦੋ ਤੋਂ ਵੱਧ ਵੈਕਟਰ ਦੇ ਵਿੱਚ ਆਪਾਂ ਕੀ ਕਰਾਂਗੇ, ਡਿਵਾਈਡ ਕਰਨਾ। ਓਕੇ, ਨਾਓ ਇਟ ਇਜ਼ ਅ ਡੈਫੀਨੇਸ਼ਨ ਆਫ ਰੈਜ਼ੋਲੂਸ਼ਨ ਆਫ ਅ ਵੈਕਟਰ। ਇਟ ਇਜ਼ ਅ ਪ੍ਰੋਸੈਸ, ਇਹ ਉਹ ਪ੍ਰੋਸੈਸ ਹੈ ਜਿਹਦੇ ਵਿੱਚ ਅਸੀਂ ਸਪਲਿਟ ਕਰਾਂਗੇ, ਤੋੜਾਂਗੇ। ਕਿਹਨੂੰ ਤੋੜਾਂਗੇ? ਇੱਕ ਸਿੰਗਲ ਵੈਕਟਰ ਨੂੰ ਤੋੜਾਂਗੇ। ਕਿਹਦੇ ਵਿੱਚ? ਇਨਟੂ ਟੂ ਔਰ ਮੋਰ ਵੈਕਟਰਸ। ਇੱਕ ਵੈਕਟਰ ਨੂੰ ਦੋ ਜਾਂ ਦੋ ਤੋਂ ਜ਼ਿਆਦਾ ਵੈਕਟਰ ਦੇ ਵਿੱਚ ਆਪਾਂ ਇਹਨੂੰ ਡਿਵਾਈਡ ਕਰਾਂਗੇ ਇਨ ਡਿਫਰੈਂਟ ਡਾਇਰੈਕਸ਼ਨ। ਆ ਦੇਖੋ, ਇਹਦੀ ਡਾਇਰੈਕਸ਼ਨ ਤੇ ਇਹਦੀ ਡਾਇਰੈਕਸ਼ਨ ਜਿਹੜੀ ਹੈ ਉਹ ਡਿਫਰੈਂਟ ਹੈ। which together produce the same effect as is produced by a single vector। ਜਿਹੜਾ ਹੈ same effect produce ਕਰੇਗਾ ਜਿਵੇਂ ਕਿ ਇੱਕ ਸਿੰਗਲ ਵੈਕਟਰ ਨੇ ਜਿਹੜਾ ਹੈ ਉਹ ਪੈਦਾ ਕੀਤਾ। I think ਤੁਹਾਨੂੰ ਆ ਕਲੀਅਰ ਹੋ ਗਿਆ। ਦੋ ਨੂੰ ਇਕੱਠਾ ਕਰਕੇ ਇੱਕ ਕਰਨਾ, ਅੱਜ ਇੱਕ ਨੂੰ ਤੋੜ ਕੇ ਦੋ ਜਾਂ ਦੋ ਤੋਂ ਵੱਧ ਹਿੱਸੇ ਵਿੱਚ ਆਪਾਂ ਉਹਨੂੰ ਡਿਵਾਈਡ ਕਰ ਦੇਣਾ। Now these two are called component vectors, ਇਹਦੇ ਹਿੱਸੇ ਨੇ। Now ਜਦੋਂ ਵੀ ਕਿਸੇ ਵੈਕਟਰ ਨੂੰ ਦੋ ਜਾਂ ਦੋ ਤੋਂ ਵੱਧ ਪਾਰਟਸ ਵਿੱਚ ਅਸੀਂ ਜਦੋਂ ਇਹਨੂੰ ਡਿਵਾਈਡ ਕਰਦੇ ਹਾਂ, ਠੀਕ ਹੈ, ਉਸ ਨੂੰ ਡਿਵਾਈਡ ਕਰਨ ਦਾ ਜਿਹੜਾ ਉਹ ਮੈਥਡ ਹੈ, ਉਹਦੇ ਬਾਰੇ ਜਿਹੜਾ ਅੱਜ ਅਸੀਂ ਹੁਣ ਇਹਨੂੰ ਡਿਸਕਸ ਕਰਨ ਜਾ ਰਹੇ ਹਾਂ। ਨਾਓ ਸਪੋਜ਼ ਇਹ ਸਾਡੇ ਕੋਲ ਇੱਕ ਵੈਕਟਰ ਹੈ r। ਕਲੀਅਰ? ਇਸ ਵੈਕਟਰ ਨੂੰ ਮੈਂ ਦੋ ਪਾਰਟਸ ਵਿੱਚ ਡਿਵਾਈਡ ਕਰਨਾ ਹੈ। ਇਹਦੇ ਮੈਂ ਦੋ ਕੰਪੋਨੈਂਟਸ ਬਣਾਣੇ ਆ, ਦੋ ਹਿੱਸੇ ਕਰਨੇ ਆ। ਇੱਕ ਹਿੱਸਾ ਮੈਨੂੰ ਕਿਹਾ ਜਾਂਦਾ ਹੈ ਕਿ ਇੱਕ ਹਿੱਸਾ ਜਿਹੜਾ ਹੈ ਵੈਕਟਰ a ਦੇ ਅਲੋਂਗ ਹੋਣਾ ਚਾਹੀਦਾ ਹੈ। ਇਹਨੂੰ ਦੋ ਹਿੱਸੇ 'ਚ ਤੋੜਨਾ ਹੈ। ਇਹਦਾ ਇੱਕ ਕੰਪੋਨੈਂਟ ਜਿਹੜਾ ਹੈ ਵੈਕਟਰ a ਦੀ ਡਾਇਰੈਕਸ਼ਨ 'ਚ ਹੋਣਾ ਚਾਹੀਦਾ ਹੈ, ਤੇ ਜਿਹੜਾ ਇਹਦਾ ਦੂਸਰਾ ਕੰਪੋਨੈਂਟ ਹੈ ਇਟ ਸ਼ੁੱਡ ਬੀ in the direction of b। ਇੱਕ ਨੂੰ ਅਸੀਂ a ਦੀ ਡਾਇਰੈਕਸ਼ਨ 'ਚ ਤੋੜਨਾ ਹੈ, ਦੂਜੇ ਨੂੰ ਅਸੀਂ ਜਿਹੜਾ ਹੈ b ਦੀ ਡਾਇਰੈਕਸ਼ਨ ਵਿੱਚ ਰੱਖਣਾ ਹੈ। ਤੇ ਤੋੜਨਾ ਕਿਹਨੂੰ ਹੈ? r ਵੈਕਟਰ ਨੂੰ ਤੋੜਨਾ ਹੈ। ਇਹਦੀ ਆਪਾਂ ਕਰਨੀ ਹੈ ਰੈਜ਼ੋਲੂਸ਼ਨ। ਨਾਓ
ਸਭ ਨਾਲੋਂ ਪਹਿਲਾ ਸਟੈਪ ਕੀ ਹੈ, ਆਓ ਇਹਨੂੰ ਦੇਖੀਏ ਇਹਨੂੰ ਤੋੜਨਾ ਕਿਸ ਤਰ੍ਹਾਂ। ਆਹ ਸਟੈਪ ਲਿਖਿਆ ਇਹਦਾ, ਆ ਸਾਡੇ ਕੋਲ ਹੋ ਗਿਆ ਆਰ ਵੈਕਟਰ। ਧਿਆਨ ਨਾਲ ਦੇਖੋ, ਆ ਆਰ ਵੈਕਟਰ ਮੈਂ ਦੁਬਾਰਾ ਜਿਹੜਾ ਹੈ ਇੱਥੇ ਪਲਾਟ ਕਰ ਦਿੱਤਾ, ਦਿਸ ਇਜ਼ ਆਰ ਵੈਕਟਰ। ਇਹਨੂੰ ਮੈਂ ਰਿਪਰੈਜ਼ੈਂਟ ਕਰ ਦੇਣਾ ਮੰਨ ਲਓ O, ਤੇ ਇੱਥੇ ਲਿਖ ਦੇਣਾ ਮੈਂ ਮੰਨ ਲਓ ਵੀ Q। ਆਰ ਵੈਕਟਰ ਨੂੰ ਮੈਂ ਰਿਪਰੈਜ਼ੈਂਟ ਕਰ ਲਿਆ OQ ਵੈਕਟਰ। ਇਹਦਾ ਮੰਨ ਲਓ OQ ਵੈਕਟਰ ਜਿਹੜਾ ਹੈ ਮੈਨੂੰ ਕੀ ਰਿਪਰੈਜ਼ੈਂਟ ਕਰ ਰਿਹਾ ਹੈ, ਇਟ ਇਜ਼ ਇਕੁਅਲ ਟੂ ਆਰ ਵੈਕਟਰ। ਨਾਓ ਇਹਨੂੰ ਤੋੜਨਾ ਕਿੰਨੇ ਪਾਰਟਸ, ਦੋ ਪਾਰਟਸ। ਇੱਕ ਪਾਰਟ ਕਿਹਦੇ ਅਲੋਂਗ ਬੋਲਿਆ, ਇੱਕ ਪਾਰਟ ਇਹਦੀ ਡਾਇਰੈਕਸ਼ਨ 'ਚ ਹੋਣਾ ਚਾਹੀਦਾ ਹੈ। ਕਲੀਅਰ। ਮੈਂ ਕੀ ਕਰਦਾ ਹਾਂ, ਇਸ O ਪੁਆਇੰਟ ਤੋਂ ਇੱਕ ਲਾਈਨ ਡਰਾ ਕਰ ਦੇਣਾ। O ਪੁਆਇੰਟ ਤੋਂ ਇੱਕ ਲਾਈਨ ਡਰਾ ਕਰ ਦਿੱਤੀ, ਹਾਂਜੀ। ਕਿਹਦੇ ਪੈਰਲਲ ਲਾਈਨ ਡਰਾ ਕੀਤੀ, A ਵੈਕਟਰ ਦੇ। ਆ ਦੇਖੋ, ਆ ਮੇਰਾ ਥੱਲੇ A ਵੈਕਟਰ ਮੈਂ ਥੱਲੇ ਬਣਾ ਦੇਣਾ, ਆ ਦੁਬਾਰਾ A ਵੈਕਟਰ ਹੈ, ਇਹਦੇ ਪੈਰਲਲ ਇੱਕ ਲਾਈਨ ਮੈਂ ਜਿਹੜੀ ਹੈ ਉਹ ਡਰਾ ਕਰ ਦਿੱਤੀ। ਨਾਓ ਇੱਥੇ ਜਾ ਕੇ ਮੈਂ ਵੈਕਟਰ ਜਿਹੜਾ ਹੈ ਉਹ ਆਪਾਂ ਇੱਥੇ ਬਣਾ ਦਿੱਤਾ। ਨਾਓ ਇਹ ਵੈਕਟਰ ਇਹਦੇ ਪੈਰਲਲ ਹੈ, ਇਸ ਦਾ ਨਾਮ ਅਸੀਂ ਬਾਅਦ ਚ ਰੱਖਦੇ ਹਾਂ। ਆਹ ਵਾਲਾ ਵੈਕਟਰ A ਵੈਕਟਰ ਦੇ ਕੀ ਹੈਗਾ, ਪੈਰਲਲ। ਨਾਓ ਇਥੋਂ ਵੀ ਇੱਕ ਮੈਂ ਲਾਈਨ ਡਰਾ ਕਰਾਂਗਾ, ਇਸ ਤਰ੍ਹਾਂ ਲਾਈਨ ਡਰਾ ਕਰਾਂਗਾ ਜਿਹੜੀ ਮੇਰੀ B ਵੈਕਟਰ ਦੇ ਪੈਰਲਲ ਹੋਏਗੀ। ਆ ਦੇਖੋ, B ਵੈਕਟਰ ਦੇ ਪੈਰਲਲ ਮੈਂ ਇਥੋਂ ਵੀ ਜਿਹੜੀ ਹੈ ਇੱਕ ਲਾਈਨ ਡਰਾ ਕਰ ਦਿੱਤੀ, ਬਿਲਕੁਲ ਪੈਰਲਲ ਟੂ B। ਆ ਦੇਖੋ, ਮੈਂ ਸਾਈਡ ਤੇ ਜਿਹੜਾ ਹੈ B ਵੈਕਟਰ ਸ਼ੋ ਕਰ ਦਿੱਤਾ, ਇਹਦੇ ਪੈਰਲਲ ਲਾਈਨ ਡਰਾ ਕਰ ਦਿੱਤੀ। ਕਿਉਂਕਿ ਕੁਐਸਚਨ ਕੀ ਸੀਗਾ, ਫੇਰ ਸੁਣੋ, ਇਸ ਵੈਕਟਰ ਨੂੰ ਦੋ ਹਿੱਸੇ 'ਚ ਡਿਵਾਈਡ ਕਰਨਾ ਹੈ। ਇਸ ਤਰ੍ਹਾਂ ਡਿਵਾਈਡ ਕਰਨਾ ਹੈ ਕਿ ਜਿਹੜਾ ਇੱਕ ਇਹਦਾ ਹਿੱਸਾ ਹੈ ਜਿਹਨੂੰ ਕੰਪੋਨੈਂਟ ਬੋਲਦੇ ਆ, ਉਹ A ਦੇ ਪੈਰਲਲ ਹੋਵੇ, ਤੇ ਇਹਦਾ ਜਿਹੜਾ ਦੂਸਰਾ ਕੰਪੋਨੈਂਟ ਹੈ ਉਹ B ਦੇ ਪੈਰਲਲ ਹੋਵੇ। ਕਲੀਅਰ। ਮੈਂ ਆਰ ਵੈਕਟਰ ਲਿਖਿਆ, ਇਹਦੇ ਪਹਿਲਾਂ ਇਹਦਾ ਨੇਮਿੰਗ ਦੇ ਲਈ O to Q, O ਤੋਂ ਇੱਕ ਲਾਈਨ ਡਰਾ ਕਰ ਲਈ A ਦੇ ਪੈਰਲਲ, ਤੇ ਇੱਕ ਮੈਂ ਜਿਹੜੀ Q ਤੋਂ ਇੱਕ ਲਾਈਨ ਡਰਾ ਕਰ ਦਿੱਤੀ ਮੈਂ B ਦੇ ਪੈਰਲਲ। ਇਹ ਦੋਨੋਂ ਲਾਈਨਸ ਜਿਹੜੀਆਂ ਨੇ ਸਪੋਜ਼ ਇੱਥੇ ਜਾ ਕੇ ਕੱਟ ਕਰਦੀਆਂ ਨੇ, ਆਹ ਵਾਲਾ ਪੁਆਇੰਟ ਹੈ ਇੱਥੇ ਕੱਟ ਕਰ ਰਹੀਆਂ ਨੇ, ਉਹ ਪੁਆਇੰਟ ਦਾ ਨਾਮ ਅਸੀਂ ਕੀ ਰੱਖ ਦਿੱਤਾ, P ਵੈਕਟਰ ਰੱਖ ਦਿੱਤਾ। ਇਸ ਤਰ੍ਹਾਂ ਤੁਹਾਨੂੰ ਸਾਰਾ ਇਹ ਕਲੀਅਰ ਹੋ ਗਿਆ। ਨਾਓ ਇਹ ਵਾਲੀ ਜਿਹੜੀ ਲਾਈਨ ਹੈ OP ਕਿਹਦੇ ਪੈਰਲਲ ਹੈ, A ਵੈਕਟਰ ਦੇ ਪੈਰਲਲ ਹੈ। ਮੈਂ ਇੱਥੇ ਪਹਿਲਾਂ ਇਹਨੂੰ ਵੈਕਟਰ ਕੰਪਲੀਟ ਕਰ ਲਿਆ। ਹੁਣ ਆਹ ਵਾਲੀ ਲਾਈਨ ਜਿਹੜੀ ਹੈ ਕਿਹਦੇ ਪੈਰਲਲ ਹੈ, B। ਇੱਥੇ ਵੀ ਅਸੀਂ ਐਰੋ ਪਾ ਕੇ ਇਹ ਲਾਈਨ ਜਿਹੜੀ ਹੈ ਇੱਥੋਂ ਵੀ ਆਪਾਂ ਕੰਪਲੀਟ ਕਰ ਲਈ। ਸਾਡੇ ਕੋਲ ਹੁਣ ਦੋ ਵੈਕਟਰ ਬਣ ਗਏ, ਦੇਖੋ ਧਿਆਨ ਨਾਲ। ਇੱਕ ਵੈਕਟਰ ਬਣ ਗਿਆ OP, ਇੱਕ ਆ ਵੈਕਟਰ ਬਣ ਗਿਆ, ਤੇ ਇੱਕ ਵੈਕਟਰ ਮੇਰੇ ਕੋਲ ਬਣ ਗਿਆ, ਦੇਖੋ ਧਿਆਨ ਨਾਲ, PQ ਵੈਕਟਰ ਸਾਡੇ ਕੋਲ ਬਣ ਚੁੱਕਾ ਹੈ। ਇੱਕ OP ਵੈਕਟਰ, ਇੱਕ PQ ਵੈਕਟਰ ਹੋ ਗਿਆ। ਨਾਓ ਪਿਛਲੇ ਲੈਕਚਰਾਂ ਦੇ ਵਿੱਚ ਅਸੀਂ ਇੱਕ ਚੀਜ਼ ਡਿਸਕਸ ਕੀਤੀ ਸੀਗੀ ਕਿ ਮੰਨ ਲਓ ਕਿ ਆ ਇੱਕ ਵੈਕਟਰ ਹੈ, ਮੰਨ ਲਓ A, ਆ ਇੱਕ ਦੂਸਰਾ ਵੈਕਟਰ ਹੈ, ਠੀਕ ਹੈ, ਇਹ ਸੈਕੰਡ ਵੈਕਟਰ ਹੈ, ਬਿਲਕੁਲ ਇਹਦੇ ਪੈਰਲਲ, ਡਾਇਰੈਕਸ਼ਨ ਦੋਨਾਂ ਦੀ ਸੇਮ ਹੈ, ਪਰ ਇਹਨਾਂ ਦਾ ਦੇਖੋ ਮੈਗਨੀਟਿਊਡ 'ਚ ਫਰਕ ਹੈ। ਇਹਦੀ ਲੈਂਥ ਘੱਟ ਹੈ, ਇਹਦੀ ਲੈਂਥ ਜਿਹੜੀ ਹੈ ਜ਼ਿਆਦਾ ਹੈ। ਇਹਦਾ ਮਤਲਬ ਡਾਇਰੈਕਸ਼ਨ ਭਾਵੇਂ ਸੇਮ ਹੈ, ਪਰ ਹੋ ਸਕਦਾ ਹੈ ਕਿ ਆਹ ਵਾਲਾ ਵੈਕਟਰ ਇਹਦੇ ਨਾਲੋਂ ਡਬਲ ਹੋਵੇ। ਆਹ ਲੈਂਥ, ਆਹ ਵਾਲੀ ਲੈਂਥ ਇਹਦੇ ਨਾਲੋਂ ਡਬਲ ਹੈ। ਇਹਦਾ ਮਤਲਬ ਇਹਨੂੰ ਅਸੀਂ ਲਿਖ ਸਕਦੇ ਹਾਂ 2A ਵੈਕਟਰ। ਕਹਿਣ ਦਾ ਮਤਲਬ this vector is twice of A vector, because ਦੋਨਾਂ ਦੀ ਜਿਹੜੀ ਹੈ ਡਾਇਰੈਕਸ਼ਨ ਸੇਮ ਹੈ, ਪਰ ਮੈਗਨੀਟਿਊਡ ਜਿਹੜਾ ਉਹਦੇ ਨਾਲੋਂ ਮੰਨ ਲਓ ਕਿ ਇਹ ਕੀ ਹੈਗਾ, ਉਹਦੇ ਨਾਲੋਂ ਡਬਲ ਹੈਗਾ। ਇਟ ਮੇ ਬੀ 3 ਟਾਈਮਸ ਹੋ ਸਕਦਾ ਹੈ, ਇਟ ਮੇ ਬੀ 4 ਟਾਈਮਸ, ਔਰ ਇਨ ਜਨਰਲ ਆ ਵੈਕਟਰ ਜਿਹੜਾ ਹੈ ਇਟ ਮੇ ਬੀ m ਟਾਈਮਸ। m ਇਜ਼ ਅ ਰੀਅਲ ਨੰਬਰ। m ਕੀ ਚੀਜ਼ ਹੈਗੀ ਹੈ, ਰੀਅਲ ਨੰਬਰ। ਜਦੋਂ ਵੀ ਦੋ ਵੈਕਟਰ ਆਪਸ ਵਿੱਚ ਪੈਰਲਲ ਹੋਣ, ਡਾਇਰੈਕਸ਼ਨ ਉਹਨਾਂ ਦੀ ਸੇਮ ਹੋਵੇ, ਜੇ ਇੱਕ ਵੈਕਟਰ ਦਾ ਨੇਮ ਸਾਨੂੰ ਪਤਾ ਹੈ, ਦੂਸਰਾ ਵੈਕਟਰ ਜਿਹੜਾ ਹੈ ਉਹ ਉਹਦਾ ਜਿਹੜਾ ਹੈ 2 ਟਾਈਮਸ, 3 ਟਾਈਮਸ, ਹਾਫ ਵੀ ਹੋ ਸਕਦਾ ਹੈ। ਕਹਿਣ ਦਾ ਮਤਲਬ ਹੈ ਕਿਸੇ ਨਾ ਕਿਸੇ ਰੀਅਲ ਨੰਬਰ ਦੇ ਨਾਲ ਉਹਨੂੰ ਮਲਟੀਪਲਾਈ ਕਰ ਦੋ। ਨਾਓ ਆਹ ਵਾਲਾ ਵੈਕਟਰ ਜਿਹੜਾ OP ਹੈ, A ਵੈਕਟਰ ਦੇ ਕੀ ਹੈਗਾ, ਦੇਖੋ ਧਿਆਨ ਨਾਲ, ਪੈਰਲਲ। ਤੇ ਜੇ ਆਹ ਵੈਕਟਰ ਇਹਦੇ ਪੈਰਲਲ ਹੈ, we can write it as like, ਇਹਨੂੰ ਲਿਖ ਸਕਦੇ ਹਾਂ ਅਸੀਂ MA ਵੈਕਟਰ। ਇਹਨੂੰ ਅਸੀਂ ਲਿਖ ਦਿੱਤਾ MA ਵੈਕਟਰ। ਨਾਓ this vector is parallel to,
हाँ जी बी वैक्टर, आ वाला वैक्टर बी दे पैरेलल है पर मैग्नीट्यूड च फर्क है। सपोज हेयर वी राइट इट एज एन बी वैक्टर, एम ते एन ए दोनों जेडे ने साडे रियल नंबर्स ने। नाउ व्हाट इज द वैल्यू ऑफ ओपी? इट इज एम ए वैक्टर। व्हाट इज द वैल्यू ऑफ पी क्यू? इट इज एम बी वैक्टर। नाउ ट्राइएंगल लॉ दे अकॉर्डिंग, हुण अपने अकॉर्डिंग देखो, ट्राइएंगल लॉ दे अकॉर्डिंग रिजल्टेंट केड़ा आ रहा है? आर। जिथे दो टेल ते दो हैड जेडे ने आपां मीट करदे ने ओ रिजल्टेंट। नाउ रिजल्टेंट आर जेड़ा है किहदे इक्वल होएगा? इट विल बी इक्वल टू हाँ जी ओपी प्लस हाँ जी केड़ा आ जाएगा ओ अपना सॉरी पी क्यू वैक्टर। नाउ व्हाट इज ओपी? आर वैक्टर साडे कोल आ जाएगा एम ए वैक्टर प्लस साडे कोल आ जाएगा एन बी वैक्टर। नाउ दीज टू आर कॉल्ड, इन्हां नूं असीं बोलदे हां कंपोनेंट ऑफ वैक्टर। दे आर कॉल्ड कंपोनेंट वैक्टर्स भी बोल सकते हैं। ਇਹ दोनों ਜਿਹੜੇ ਨੇ ਇਹ ਸਾਡੇ ਕੰਪੋਨੈਂਟ ਵੈਕਟਰਸ ਨੇ। ਆਰ ਨੂੰ ਅਸੀਂ ਦੋ ਹਿੱਸਿਆਂ ਦੇ ਵਿੱਚ ਡਿਵਾਈਡ ਕਰ ਦਿੱਤਾ। ਹਾਂਜੀ ਕਲੀਅਰ? ਇਹ ਕੁਐਸਚਨ ਕੀ ਸੀਗਾ? ਡਿਵਾਈਡ ਦਾ ਗਿਵਨ ਵੈਕਟਰ ਇਨਟੂ ਟੂ ਕੰਪੋਨੈਂਟਸ in the given direction। ਜਿਹੜੀ ਡਾਇਰੈਕਸ਼ਨ ਚ ਪੁੱਛਿਆ ਹੋਵੇ ਉਸ ਡਾਇਰੈਕਸ਼ਨ ਦੇ ਵਿੱਚ ਜਿਹੜਾ ਹੈ ਇਸ ਨੂੰ ਡਿਵਾਈਡ ਕਰ ਦੋ। that is the component vectors। m and n they are the real numbers। now next point ਜਿਹੜਾ ਹੈ ਇਹਦੇ ਬਾਰੇ ਜਿਹੜਾ ਆਪਾਂ ਹੁਣ ਡਿਸਕਸ ਕਰਨ ਲੱਗੇ ਆ ਕਿ uniqueness of component vector। ਜੇ ਇਸ ਵੈਕਟਰ ਨੂੰ ਮੈਂ दो पार्ट्स विच डिवाइड कीता है किसी गिवन डायरेक्शन च ए दे अलोंग ते बी दे अलोंग, ते हमेशा ध्यान रखना है हमेशा इहो ही रियल नंबर जिहड़े ने ओ लगणगे। जे इथे 2 है इथे 3 है ते हमेशा इस वैक्टर नूं जदों भी डिवाइड करोगे ए ते बी दी डायरेक्शन दे अलोंग हमेशा इथे 2 ते 3 मतलब ए रियल नंबर जिहड़े ने हमेशा सेम रहणगे। ए दोबारा आ नहीं है कि जिस तरह मर्जी तुसीं इहनूं तोड़ दो। कोई एम ए एन बी च डिवाइड किया तो हमेशा तुहाडे कोल आ वाले रियल नंबर जिहड़े ने वो हमेशा सेम रहणगे। नाउ की टॉपिक है यूनीकनेस। हाँ जी यूनीकनेस, हाँ जी कादा यूनीकनेस ऑफ रेजोल्यूशन। जिहड़ी रेजोल्यूशन कीती है ओदे जिहड़े कंपोनेंट्स ने ओदी यूनीकनेस असीं पढ़ रहे हैं। यूनीकनेस ऑफ रेजोल्यूशन यानी कि यूनीकनेस ऑफ कंपोनेंट वैक्टर। जिहड़े कंपोनेंट वैक्टर्स ने वो हमेशा सेम रहणगे। साडे कोल की सीगा देखो आर वैक्टर सीगा साडे कोल एम ए वैक्टर प्लस एन बी वैक्टर। ਇਹ ਆਪਾਂ ਹੁਣੇ वैक्टर ਨੂੰ ਦੋ ਹਿੱਸਿਆਂ ਵਿੱਚ ਤੋੜਿਆ एम ए वैक्टर प्लस एन बी वैक्टर। नाउ सपोज मान लो ਅਸੀਂ वैक्टर आर ਨੂੰ ਕਿਸੇ ਹੋਰ ਜਿਹੜੇ ਨੇ ਕੰਪੋਨੈਂਟਸ ਵਿੱਚ ਤੋੜ ਦਿੱਤਾ। ਸਪੋਜ਼ ਇੱਕ ਆਰ ਵੈਕਟਰ ਨੂੰ ਜਦੋਂ ਤੋੜਿਆ ਸਾਡੇ ਕੋਲ ਆ ਗਿਆ m ਡੈਸ਼ a ਵੈਕਟਰ ਪਲਸ n ਡੈਸ਼ b ਵੈਕਟਰ। ਇੱਕ ਆ ਵਾਲੀ ਵੀ ਰੈਜ਼ੋਲੂਸ਼ਨ ਕਰ ਲਈ। ਪਹਿਲੀ ਵਾਰੀ ਜਦੋਂ ਉਹਨੂੰ ਤੋੜਿਆ ਇੱਥੇ m ਤੇ n ਰੀਅਲ ਨੰਬਰ ਲੱਗੇ। ਮੰਨ ਲਓ ਅਸੀਂ ਦੁਬਾਰਾ ਇਸ ਵੈਕਟਰ ਨੂੰ ਤੋੜ ਕੇ ਦੇਖਿਆ ਤੇ ਸਾਡੇ ਕੋਲ ਕੀ ਲੱਗਾ m ਡੈਸ਼ ਲੱਗਾ ਰੀਅਲ ਨੰबर ਤੇ n ਡੈਸ਼। ਇਹ ਮੰਨ ਲਓ ਚੇਂਜ ਹੋ ਗਏ, ਨੰਬਰ ਚੇਂਜ ਹੋ ਗਏ। क्लियर? पर वैक्टर मेरा सेम है। तोड़िया तो मैं सेम वैक्टर नू है ना। ਇਹਦਾ मतलब जे वैक्टर सेम नू तोड़िया ते ਇਹਦਾ मतलब की होया ਇਹ दोनों इक्वेशन आपस ਵਿੱਚ इक्वल होणगीਆਂ। बट आर वैक्टर इक्वल टू आर वैक्टर, आर वैक्टर तो सेम है तो जो आर वैक्टर साडा जिहड़ा है वो सेम रहेगा ते साडे कोल की आएगा एम ए वैक्टर प्लस एन बी वैक्टर इक्वल टू साडे कोल आ जाएगा एम डैश ए वैक्टर प्लस एन डैश बी वैक्टर। इन्हां नूं इधर ले आओ एम ए वैक्टर प्लस एन बी वैक्टर माइनस साडे कोल आ जाएगा एम ए वैक्टर माइनस एन डैश साडे कोल बी वैक्टर इक्वल टू 0। इत्थे साडे कोल आ जाएगा डैश। नाउ ਜਦੋਂ ਅਸੀਂ ਇਸ ਨੂੰ ਇੱਥੇ ਡਿਵਾਈਡ ਕਰਤਾ m
ए वैक्टर है, आ भी ए वैक्टर है, इन्हां चों कॉमन की निकलिया ए वैक्टर, m माइनस m डैश बाहर आ गया साडे कोल ए वैक्टर, इथों भी असी कॉमन कढ लिया n माइनस n डैश ते बाहर आ गया साडे कोल कितना b वैक्टर इक्वल टू साडे कोल आ गया 0। नाउ जे ए साडे कोल इक्वल टू जेड़ा आ रहा 0, ए भी वैक्टर है, ए भी एक वैक्टर है, ਤੇ ਜਦੋਂ ਅਸੀਂ ਇਹਨੂੰ ਇਕੁਅਲ ਟੂ 0 ਕਰਾਂਗੇ ਵੈਕਟਰ ਵਿੱਚੋਂ ਜਦੋਂ ਅਸੀਂ ਇੱਕ ਵੈਕਟਰ ਨੂੰ ਅਸੀਂ ਪਲੱਸ ਕਰੀਏ ਜਾਂ ਮਾਈਨਸ ਕਰੀਏ ਤੇ ਹਮੇਸ਼ਾ ਜਿਹੜਾ ਹੈ ਆਨਸਰ ਜਿਹੜਾ ਆਉਂਦਾ ਸਾਡਾ 0 ਵੈਕਟਰ ਆਉਂਦਾ। ਦੋ ਵੈਕਟਰ ਪਲੱਸ ਕਰੀਏ ਸਾਡੇ ਕੋਲ ਵੈਕਟਰ ਆਨਸਰ ਆਏਗਾ, ਦੋ ਵੈਕਟਰ ਅਸੀਂ ਮਾਈਨਸ ਕਰੀਏ ਤਾਂ ਸਾਡੇ ਕੋਲ ਕੀ ਆਏਗਾ, ਉਹ ਵੀ ਇੱਕ ਵੈਕਟਰ ਆਏਗਾ। ਇਸ ਕਰਕੇ ਇਹ ਜਿਹੜਾ ਆਨਸਰ ਸਾਡਾ 0 ਆ ਰਿਹਾ ਇਟ ਵਿਲ ਬੀ ਅ 0 ਵੈਕਟਰ। ਨਾਓ ਦੋਨਾਂ ਦਾ ਪਲੱਸ 0 ਕਦੋਂ ਹੋਏਗਾ, ਦੋ ਵੈਕਟਰਸ ਨੂੰ ਮੈਂ ਐਡ ਕੀਤਾ ਪਰ ਆਨਸਰ ਮੇਰਾ ਜਿਹੜਾ ਆ ਰਿਹਾ ਬੇਟਾ 0, ਇਹ ਕਦੋਂ ਪੋਸੀਬਲ ਹੈ ਵਿੱਚ ਪਲੱਸ ਹੈ, ਇਹ 0 ਕਦੋਂ ਹੋਏਗਾ, ਬਟ ਸਾਡੇ ਕੋਲ ਜਿਹੜਾ a ਵੈਕਟਰ ਹੈ ਇਟ ਇਜ਼ ਨਾਟ ਇਕੁਅਲ ਟੂ 0। ਸਿਮਿਲਰਲੀ ਜਿਹੜਾ ਸਾਡਾ b ਵੈਕਟਰ ਹੈ ਇਟ ਇਜ਼ ਆਲਸੋ ਨਾਟ ਇਕੁਅਲ ਟੂ 0, ਨਾ ਤੇ ਆ 0 ਦੇ ਇਕੁਅਲ ਹੈ ਨਾ ਤੇ b ਵੈਕਟਰ ਸਾਡਾ ਜਿਹੜਾ ਹੈ ਉਹ 0 ਦੇ ਇਕੁਅਲ ਹੈ। ਜੇ ਆ ਵੀ 0 ਨਹੀਂ ਹੈ, ਆ ਵੀ 0 ਨਹੀਂ ਹੈ, ਇਹਦਾ ਜਵਾਬ 0 ਤਾਂ ਆਏਗਾ ਜੇ ਇਹ ਦੋਨੋਂ ਕਿਹਦੇ ਇਕੁਅਲ ਹੋਣਗੇ। ਦਿਸ ਇੰਪਲਾਈ m ਮਾਈਨਸ m ਡੈਸ਼ ਇਕੁਅਲ ਟੂ 0 ਤੇ n ਮਾਈਨਸ n ਡੈਸ਼ ਕਿਹਦੇ ਇਕੁਅਲ ਹੋਏਗਾ 0। ਇਥੋਂ ਕੀ ਨਿਕਲੇਗਾ m ਇਕੁਅਲ ਟੂ m ਡੈਸ਼ ਤੇ ਇਥੋਂ ਕੀ ਨਿਕਲੇਗਾ n ਇਕੁਅਲ ਟੂ n ਡੈਸ਼। ਕੀ ਮਤਲਬ ਹੋ ਗਿਆ, ਪਹਿਲਾਂ ਅਸੀਂ ਇਹਦੇ ਵਿੱਚ ਡਿਵਾਈਡ ਕੀਤਾ, ਬਾਅਦ ਵਿੱਚੋਂ ਇਹਦੇ ਵਿੱਚ ਆਪਾਂ ਮੰਨ ਕੇ ਚੱਲੇ ਕਿ ਇਸ ਨੂੰ ਇਸ ਤਰ੍ਹਾਂ ਡਿਵਾਈਡ ਕੀਤਾ, ਪਰ ਜਦੋਂ ਅਸੀਂ ਲਾਸਟ ਵਿੱਚ ਆਨਸਰ ਕੱਢਿਆ m ਦੀ ਵੈਲਿਊ m ਡੈਸ਼ ਦੇ ਕੀ ਆਏਗੀ ਇਕੁਅਲ ਹੀ ਆਏਗੀ। ਸਿਮਿਲਰਲੀ n ਦੀ ਵੈਲਿਊ ਜਿਹੜੀ ਹੈ ਉਹ n ਡੈਸ਼ ਦੇ ਇਕੁਅਲ ਹੀ ਆਏਗੀ। ਇਟ ਮੀਨਸ ਜਿਹੜੀ ਸਾਡੀ ਕੰਪੋਨੈਂਟਸ ਨੇ ਦੇ ਆਰ ਯੂਨੀਕ, ਇਹ ਜਿਹੜੇ ਨੰਬਰਸ ਲੱਗਣਗੇ ਹਮੇਸ਼ਾ ਜਿਹੜੇ ਨੇ ਉਹ ਸੇਮ ਹੀ ਹੋਣਗੇ, ਇੱਕੋ ਹੀ ਨੰਬਰ ਹੋਏਗਾ, ਇਸ ਤੋਂ ਇਲਾਵਾ ਹੋਰ ਕੋਈ ਨੰਬਰ ਜਿਹੜਾ ਹੈ ਉਹ ਨਹੀਂ ਹੋਏਗਾ। ਨਾਓ ਇਸ ਤੋਂ ਬਾਅਦ ਅਸੀਂ ਜਿਹੜਾ ਨੈਕਸਟ ਟੌਪਿਕ ਅਸੀਂ ਜਿਹੜਾ ਡਿਸਕਸ ਕਰਨ ਜਾ ਰਹੇ ਨੇ ਉਹਦਾ ਨਾਮ ਹੈ ਰੈਕਟੈਂਗੂਲਰ ਰੈਜ਼ੋਲੂਸ਼ਨ ਆਫ ਅ ਗਿਵਨ ਵੈਕਟਰ। ਆਓ ਪਹਿਲਾਂ ਅਸੀਂ ਬਲੈਕ ਬੋਰਡ ਜਿਹੜਾ ਹੈ ਉਹ ਰਬ ਕਰਕੇ ਸਾਫ਼ ਕਰ ਲੈਂਦੇ ਹਾਂ। ਨਾਓ ਦਾ ਨੈਕਸਟ ਟੌਪਿਕ ਇਜ਼ rectangular components of a vector in a plane। ਹੁਣ ਇੱਕ ਵੈਕਟਰ ਹੈ ਸਾਡੇ ਕੋਲ ਪਲੇਨ ਦੇ ਵਿੱਚ, ਪਲੇਨ ਯੂ نو ਇਟ ਇਜ਼ ਅ 2 dimensional figure, ਜਿਸ ਤਰ੍ਹਾਂ XY ਪਲੇਨ। ਹੁਣ ਮੈਂ ਜੋ ਖੜਾ ਹੈ ਇੱਕ ਥੱਲੇ ਜਿਹੜਾ ਪਲੇਨ ਸਰਫੇਸ ਹੈ 2D ਫਿਗਰ ਹੈ ਇਹਦੇ ਉੱਪਰ, ਜਿਸ ਤਰ੍ਹਾਂ ਤੁਸੀਂ ਕੈਰਮ ਬੋਰਡ ਖੇਡਦੇ ਹੋ, ਕੈਰਮ ਬੋਰਡ ਜਿਹੜਾ ਬੋਰਡ ਹੈ ਉਹ ਵੀ ਸਾਡਾ ਇੱਕ ਪਲੇਨ ਹੈ, 2 dimensional ਜਿਹੜੀ ਹੈ ਉਹ ਫਿਗਰ ਹੈ x ਤੇ y। ਮੰਨ ਲਓ ਕਿ ਸਾਡੇ ਕੋਲ ਪਲੇਨ ਦੇ ਵਿੱਚ ਇੱਕ ਵੈਕਟਰ ਹੈ, ਇਸ ਵੈਕਟਰ ਨੂੰ ਮੈਂ ਇਸ ਤਰ੍ਹਾਂ ਸਪਲਿਟ ਕਰਨਾ ਹੈ ਕਿ ਇਹਦੇ ਜਿਹੜੇ ਦੋ ਕੰਪੋਨੈਂਟਸ ਹੋਣਗੇ ਇਹ ਆਪਸ ਵਿੱਚ ਪਰਪੈਂਡੀਕੂਲਰ ਹੋਣੇ ਚਾਹੀਦੇ ਨੇ, ਆਪਸ ਵਿੱਚ ਰਾਈਟ ਐਂਗਲ ਹੋਣੇ ਚਾਹੀਦੇ ਨੇ। ਫਿਰ ਅਸੀਂ ਇਹ ਜਿਹੜੇ ਕੰਪੋਨੈਂਟਸ ਨੇ ਉਹਦਾ ਨਾਮ ਅਸੀਂ ਪਾਤਾ ਰੈਕਟੈਂਗੂਲਰ ਕੰਪੋਨੈਂਟਸ। ਰੈਕਟੈਂਗਲ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਜਿਹੜੀ ਰੈਕਟੈਂਗਲ ਹੁੰਦੀ ਹੈ ਇਹਦੇ ਚ ਆ ਤੁਹਾਡੇ ਐਂਗਲ ਸਾਰੇ ਕਿਹੜੇ ਹੁੰਦੇ ਨੇ 90 ਡਿਗਰੀ ਦੇ ਹੁੰਦੇ ਨੇ। ਇਹਦਾ ਮਤਲਬ ਜਦੋਂ ਇੱਕ ਵੈਕਟਰ ਨੂੰ ਦੋ ਪਾਰਟਸ ਵਿੱਚ ਇਸ ਤਰੀਕੇ ਨਾਲ ਡਿਵਾਈਡ ਕੀਤਾ ਜਾਵੇ ਕਿ ਉਹਦੇ ਜਿਹੜੇ ਕੰਪੋਨੈਂਟਸ ਨੇ ਉਹ ਦੋਨੋਂ ਆਪਸ ਵਿੱਚ ਜਿਹੜੇ ਨੇ ਪਰਪੈਂਡੀਕੂਲਰ ਹੋਣ, ਉਸ ਨੂੰ ਅਸੀਂ ਬੋਲਦੇ ਹਾਂ ਰੈਕਟੈਂਗੂਲਰ ਰੈਜ਼ੋਲੂਸ਼ਨ ਯਾਨੀ ਕਿ ਰੈਕਟੈਂਗੂਲਰ ਕੰਪੋਨੈਂਟਸ ਬੋਲਦੇ ਹਾਂ। ਸਪੋਜ਼ ਮੰਨ ਲਓ ਕਿ ਸਾਡੇ ਕੋਲ ਆ ਵੈਕਟਰ ਹੈਗਾ ਕੋਈ, ਸਪੋਜ਼ ਇਟ ਇਜ਼ ਅ ਵੈਕਟਰ A। ਨਾਓ I want to divide this vector into two perpendicular component। मैं दो perpendicular component ਵਿੱਚ divide ਕਰਨਾ ਚਾਹਨਾ ਹੈ। ਇਸ ਨੂੰ ਮੈਂ divide ਕਰਨਾ ਹੈ ਇੱਕ x axis ਦੇ along ਤੇ ਦੂਜਾ ਜਿਹੜਾ ਮੇਰਾ ਕੰਪੋਨੈਂਟ ਹੋਏਗਾ ਉਹ ਮੇਰਾ ਹੋਣਾ ਚਾਹੀਦਾ ਹੈ y axis ਦੇ ਜਿਹੜਾ ਹੈ along ਹੋਣਾ ਚਾਹੀਦਾ ਹੈ, ਕਿਉਂਕਿ x axis ਤੇ y axis ਜਿਹੜੀਆਂ ਨੇ
ਇਹ ਆਪਸ ਵਿੱਚ ਜਿਹੜੇ ਨੇ ਆਪਸ ਵਿੱਚ ਕੀ ਨੇ ਪਰਪੈਂਡੀਕੂਲਰ ਨੇ। ਆਰ ਵੈਕਟਰ ਨੂੰ ਦੋ ਪਾਰਟਸ ਚ ਡਿਵਾਈਡ ਕਰਨਾ ਹੈ, ਇੱਕ x ਦੇ ਲੌਂਗ, ਇੱਕ ਮੈਂ ਕਰਨਾ ਹੈ y ਦੇ ਲੌਂਗ, ਤੇ ਇਹ ਦੋਨੋਂ ਕੰਪੋਨੈਂਟਸ ਮੇਰੇ ਜਿਹੜੇ ਹੋਣਗੇ ਆਪਸ ਵਿੱਚ ਪਰਪੈਂਡੀਕੂਲਰ ਹੋਣਗੇ ਤੇ ਇਹਨਾਂ ਨੂੰ ਬੋਲਾਂਗੇ ਰੈਕਟੈਂਗੂਲਰ। ਮੈਂ ਕੀ ਕਰਦਾ ਹਾਂ, ਸਭ ਤੋਂ ਪਹਿਲਾਂ ਇਸ ਪੁਆਇੰਟ A ਤੋਂ ਆ ਮੇਰਾ ਵੈਕਟਰ A ਹੈ, ਮੰਨ ਲਓ ਕਿ ਵੈਕਟਰ A ਨੂੰ ਅਸੀਂ ਰਿਪਰੈਜ਼ੈਂਟ ਕਰ ਲਿਆ OP। OP ਵੈਕਟਰ ਜਿਹੜਾ ਹੈ ਮੇਰਾ A ਵੈਕਟਰ ਹੈ। ਇਸ P ਪੁਆਇੰਟ ਤੋਂ ਮੈਂ ਇੱਕ ਪਰਪੈਂਡੀਕੂਲਰ ਡਰਾ ਕੀਤਾ PM, ਪਰਪੈਂਡੀਕੂਲਰ ਡਰਾ ਕਰਤਾ PM ਔਨ x ਐਕਸਿਸ। ਇੱਕ ਮੈਂ P ਪੁਆਇੰਟ ਤੋਂ ਜਿਹੜਾ ਹੈ ਪਰਪੈਂਡੀਕੂਲਰ ਡਰਾ ਕਰ ਦਿੱਤਾ ਹੈ ਜਿਹਦਾ ਨਾਮ ਹੈ PN। ਇੱਕ ਆ ਪਰਪੈਂਡੀਕੂਲਰ ਡਰਾ ਕਰਤਾ, ਕਾਹਦੇ ਉੱਪਰ ਡਰਾ ਕੀਤਾ, ਔਨ y ਐਕਸਿਸ। ਨਾਓ ਇਹ ਤੁਸੀਂ ਦੇਖੋ ਇੱਕ ਤੁਹਾਡੇ ਕੋਲ ਟ੍ਰਾਈਐਂਗਲ ਬਣ ਗਈ। ਇੱਥੇ ਟ੍ਰਾਈਐਂਗਲ ਲਾਅ ਕੰਪਲੀਟ ਤਾਂ ਹੁੰਦਾ ਹੈ ਜੇ ਇੱਥੇ ਅਸੀਂ ਇੱਕ ਵੈਕਟਰ ਦਾ ਸਾਈਨ ਪਾਈਏ ਤੇ ਇੱਥੇ ਵੀ ਅਸੀਂ ਇੱਕ ਵੈਕਟਰ ਨਾਲ ਆਪਾਂ ਇਹਨੂੰ ਜਿਹੜਾ ਹੈ ਉਹ ਸ਼ੋ ਕਰ ਦਈਏ। ਇਹਨੂੰ ਬੜੇ ਧਿਆਨ ਨਾਲ ਦੇਖੋ, OM MP ਦੇ ਆਰ ਇਨ ਦਾ ਸੇਮ ਆਰਡਰ ਤੇ ਇਹ ਆਪੋजिट ਆਰਡਰ ਹੈ। ਇਹਦਾ ਮਤਲਬ ਜਿਹੜਾ A ਵੈਕਟਰ ਹੋਏਗਾ ਉਹ ਕਿਹਦੇ ਇਕੁਅਲ ਹੋਏਗਾ, ਸਾਡੇ ਕੋਲ ਆਏਗਾ OM ਵੈਕਟਰ ਪਲੱਸ ਸਾਡੇ ਕੋਲ ਆਏਗਾ MP ਵੈਕਟਰ, ਇਹਨਾਂ ਦੋਨਾਂ ਨੂੰ। ਨਾਓ these are the two components, ਇਹ ਸਾਡੇ ਦੋ ਕੰਪੋਨੈਂਟ ਨੇ ਤੇ ਇਹ ਦੋਨੋਂ ਜਿਹੜਾ ਧਿਆਨ ਨਾਲ ਦੇਖੋ ਆਪਸ ਵਿੱਚ ਜਿਹੜੇ ਨੇ ਪਰਪੈਂਡੀਕੂਲਰ ਨੇ। ਇਹਨਾਂ ਨੂੰ ਅਸੀਂ ਬੋਲਾਂਗੇ ਰੈਕਟੈਂਗੂਲਰ ਕੰਪੋਨੈਂਟ। these are called rectangular component because they are perpendicular to each other. Now you can write what is OM। ਇਹ ਇੱਕ ਕੰਪੋਨੈਂਟ ਹੈ, ਇਹਨੂੰ ਅਸੀਂ ਰਿਪਰੈਜ਼ੈਂਟ ਕਰਾਂਗੇ AX ਵੈਕਟਰ ਦੇ ਨਾਲ। Now this is a component, this is also a component, this component is along x axis, ਇਸ ਕਰਕੇ ਅਸੀਂ ਇਹਨੂੰ ਕੀ ਲਿਖਿਆ AX ਉੱਤੇ ਪਾਤਾ ਵੈਕਟਰ। X ਕਿਉਂ ਪਾ ਰਿਹਾ ਹੈ, ਕਿਉਂਕਿ x axis along। Now you can write this as AY vector। ਇਹ y axis along ਹੋਣ ਕਰਕੇ ਇਹਨੂੰ ਅਸੀਂ y ਨੂੰ ਜਿਹੜਾ ਉਹਦੇ ਪੈਰ ਚ ਪਾਣਾ ਹੈ। ਨਾਓ ਸਾਡੇ ਕੋਲ ਕੀ ਬਣ ਜਾਏਗਾ, ਨਾਓ A vector is equal to AX vector ਪਲੱਸ ਸਾਡੇ ਕੋਲ ਬਣ ਜਾਏਗਾ AY vector। X ਤੇ y means x axis and y axis and they are perpendicular to each other. Now as you know this vector can be shifted to here because vector can be shifted parallel to each other। ਜੇ ਆ ਵੈਕਟਰ ਜਿਹੜਾ ਹੈ AY ਵੈਕਟਰ ਹੈ, it means that vector ON ਇਹਦੀ ਵੀ ਵੈਲਿਊ ਜਿਹੜੀ ਹੈ ਸਾਡੇ ਕੋਲ ਕਿੰਨੀ ਆਏਗੀ, AY ਕੈਪ ਹੀ ਆਏਗੀ। ਹਾਂਜੀ clear, because they are in the same, similarly these are equal। now as you know x axis ਦੇ along ਇੱਕ ਯੂਨਿਟ ਵੈਕਟਰ ਹੁੰਦਾ ਹੈ, ਉਹਨੂੰ ਤੁਸੀਂ ਪਹਿਲਾਂ ਯਾਦ ਕਰੋ ਕਿ x axis along ਜਿਹੜਾ ਯੂਨਿਟ ਵੈਕਟਰ ਕਿਹੜਾ ਹੁੰਦਾ ਸੀਗਾ, I ਕੈਪ। ਕਹਿਣ ਦਾ ਮਤਲਬ ਇਧਰ ਨੂੰ ਇੱਕ ਯੂਨਿਟ ਵੈਕਟਰ ਹੈ, ਮੈਂ ਲਿਖ ਦੇਣਾ ਦੇਖੋ I ਕੈਪ, ਤੇ y axis ਦੇ along ਇੱਕ ਯੂਨਿਟ ਵੈਕਟਰ ਅਸੀਂ ਪੜਿਆ ਉਹਦਾ ਨਾਮ ਹੁੰਦਾ ਸੀਗਾ j ਕੈਪ। ਹਾਂਜੀ ਕਲੀਅਰ। ਨਾਓ ਇੱਕ ਅਸੀਂ ਇਹ ਫਾਰਮੂਲਾ ਵੀ ਪਿਛਲੇ ਲੈਕਚਰ 'ਚ ਪੜਿਆ ਕਿ ਕੋਈ ਵੀ ਜਿਹੜਾ ਵੈਕਟਰ ਹੈ ਇਹਨੂੰ ਅਸੀਂ ਕਿਵੇਂ ਲਿਖ ਸਕਦੇ ਹਾਂ, ਮੈਗਨੀਟਿਊਡ ਮਲਟੀਪਲਾਈ ਬਾय ਇਟਸ ਯੂਨਿਟ ਵੈਕਟਰ। ਕੋਈ ਵੀ ਵੈਕਟਰ ਹੈ ਉਹਦੇ ਦੋ ਪਾਰਟਸ ਹੁੰਦੇ ਨੇ, ਇੱਕ ਉਹਦਾ ਮੈਗਨੀਟਿਊਡ ਤੇ ਨਾਲ ਉਹਦੀ ਡਾਇਰੈਕਸ਼ਨ। ਯੂਨਿਟ ਵੈਕਟਰ ਜਿਹੜਾ ਹੈ ਉਹ ਡਾਇਰੈਕਸ਼ਨ ਦਿੰਦਾ ਹੈ। ਨਾਓ ਵੈਕਟਰ ਆ A is equal to magnitude multiply by unit vector। therefore please tell AX ਵੈਕਟਰ ਨੂੰ ਕਿਵੇਂ ਲਿਖੋਗੇ, AX ਵੈਕਟਰ ਇਹਨੂੰ ਕਿਵੇਂ ਲਿਖਾਂਗੇ ਆਪਾਂ, ਪਹਿਲਾਂ ਤੇ ਇਹਦਾ ਅਸੀਂ ਮੈਗਨੀਟਿਊਡ ਲਿਖਤਾ, ਇਹਦਾ ਮੈਗਨੀਟਿਊਡ ਆ ਗਿਆ AX ਤੇ ਇਧਰ ਵਾਲੇ ਪਾਸੇ ਸਾਡਾ ਯੂਨਿਟ ਵੈਕਟਰ ਕਿਹੜਾ, ਦੇਖੋ ਧਿਆਨ ਨਾਲ, ਸਾਡੇ ਕੋਲ ਹੈਗਾ I ਕੈਪ, ਇੱਥੇ ਲੱਗ ਜਾਏਗਾ I ਕੈਪ। ਫਿਰ ਦੇਖੋ ਵੈਕਟਰ ਉਹਨੂੰ ਲਿਖਣਾ ਕੀ ਹੁੰਦਾ ਹੈ, ਮੈਗਨੀਟਿਊਡ ਇਨਟੂ ਯੂਨਿਟ ਵੈਕਟਰ। ਹੁਣ ਆਹ ਵੈਕਟਰ ਹੈ, ਇਹਨੂੰ ਕਿਵੇਂ ਲਿਖਿਆ, ਆ ਉਹਦਾ ਮੈਗਨੀਟਿਊਡ ਹੋ ਗਿਆ, ਨਾਲ
ਇਹ यूनिट वैक्टर हो गया क्योंकि x ਦੇ along है ਉੱਥੇ i कैप लग गया प्लस सिमिलरली ਇਹਨੂੰ ਕਿਵੇਂ ਲਿਖੋਗੇ पहला आ गया ਉਹਦਾ मैग्नीट्यूड ਤੇ ਨਾਲ ਲੱਗੇਗਾ ਇਹਦਾ यूनिट वैक्टर y वाले पासे यूनिट वैक्टर ਕਿਹੜਾ ਹੈਗਾ ਸਾਡੇ ਕੋਲ ਆ ਗਿਆ j वैक्टर इट मींस a वैक्टर ਨੂੰ ਅਸੀਂ ਕਿਸੇ प्लेन ਦੇ ਵਿੱਚ 2 ਡਾਈਮੈਂਸ਼ਨ ਫਿਗਰ ਦੇ ਇਸ ਤਰ੍ਹਾਂ ਅਸੀਂ ਤੋੜ ਸਕਦੇ ਹਾਂ now this is called resolution form of a vector ਇਹਨੂੰ ਅਸੀਂ ਬੋਲਦੇ ਹਾਂ resolution form this is called resolution form this is component this is a component along x axis now this is the component along y axis for example if in a numerical if I write 2i cap plus 3j cap मैं इस तरह लिखा ਇਹ ਕਿਹੜੀ ਫਾਰਮ ਹੁੰਦੀ ਹੈ ਇਸ ਨੂੰ ਅਸੀਂ ਬੋਲਦੇ ਹਾਂ ਰੈਜ਼ੋਲੂਸ਼ਨ ਫਾਰਮ ਰੈਕਟੈਂਗੂਲਰ ਰੈਜ਼ੋਲੂਸ਼ਨ ਫਾਰਮ ਤੇ ਆ ਕੀ ਚੀਜ਼ ਹੈ ਧਿਆਨ ਨਾਲ ਦੇਖੋ i ਕੈਪ ਨਾਲ ਲੱਗਾ ਇਹਨੂੰ ਅਸੀਂ ਬੋਲਦੇ ਹਾਂ ਕੰਪੋਨੈਂਟ ਕਿੱਧਰ ਨੂੰ ਅਲੋਂਗ x ਐਕਸਿਸ ਕਿਉਂ i ਕੈਪ ਦੀ ਪਛਾਣ ਹੈ i ਕੈਪ ਕਿੱਧਰ ਹੁੰਦਾ ਹੈ i ਕੈਪ x ਐਕਸਿਸ ਅਲੋਂਗ ਹੁੰਦਾ ਹੈ ਇਹ ਕੰਪੋਨੈਂਟ ਹੈਗਾ ਸਾਡਾ x ਐਕਸਿਸ ਅਲੋਂਗ ਨਾਓ ਥਿਸ ਇਜ਼ ਦਾ ਕੰਪੋਨੈਂਟ ਅਲੋਂਗ y ਐਕਸਿਸ ਇਹ ਤੁਹਾਨੂੰ ਪੁੱਛਿਆ ਜਾ ਸਕਦਾ ਹੈ ਕਿ ਆ ਵੈਕਟਰ ਦੇ ਵਿੱਚ ਜਿਹੜਾ x ਕੰਪੋਨੈਂਟ ਕਿਹੜਾ ਹੈ ਨਾਓ ਇਟ ਇਜ਼ 2 ਤੇ y ਕੰਪੋਨੈਂਟ ਕਿਹੜਾ ਹੈ ਉਹਦਾ ਜਿਹੜਾ ਮੈਗਨੀਟਿਊਡ ਕਿੰਨਾ ਹੈਗਾ ਸਾਡੇ ਕੋਲ 3 ਹੈਗਾ ਨਾਓ ਥਿਸ ਇਜ਼ ਕਾਲਡ ਰੈਕਟੈਂਗੂਲਰ ਰੈਜ਼ੋਲੂਸ਼ਨ ਫਾਰਮ ਇਟ ਮੇ ਬੀ in different way you will solve the numericals now a vector ਸਾਡੇ ਕੋਲ ਆ ਗਿਆ ax i cap plus ਸਾਡੇ ਕੋਲ ਆ ਗਿਆ ay ਸਾਡੇ ਕੋਲ ਆ ਗਿਆ ਇਹਦਾ ਆ ਗਿਆ j cap suppose this is the value of angle theta मान लो कि ਜਿਹੜਾ ਆ ਵੈਕਟਰ ਹੈ a it makes angle theta with x axis मान लो ਵੀ ਇਸ ਵੈਕਟਰ a ਨੇ ਇਧਰਲੇ ਪਾਸੇ ਐਂਗਲ ਬਣਾਇਆ ਕਿਹੜਾ ਹੈਗਾ ਉਹ ਥੀਟਾ ਹੈਗਾ ਨਾਓ ਇਨ ਰਾਈਟ ਐਂਗਲ ਟ੍ਰਾਇੰਗਲ ਇਸ ਰਾਈਟ ਐਂਗਲ ਟ੍ਰਾਇੰਗਲ ਦੇ ਵਿੱਚ ਦੇਖੋ OMP ਇਸ ਰਾਈਟ ਐਂਗਲ ਟ੍ਰਾਇੰਗਲ ਦੇ ਵਿੱਚ ਅਸੀਂ ਇੱਕ ਪਾਇਥਾਗੋਰਸ ਥਿਊਰਮ ਜਿਹੜੀ ਹੈ ਉਹ ਪਹਿਲਾਂ ਅਸੀਂ ਅਪਲਾਈ ਕਰਾਂਗੇ ਪਾਇਥਾਗੋਰਸ ਥਿਊਰਮ ਜਿਹੜੀ ਹੈ ਉਹ ਕੀ ਕਹਿੰਦੀ ਹੈ ਕਿ ਹਾਈਪੋਟੇਨਿਊਜ਼ ਦਾ ਸਕੁਅਰ ਹਾਈਪੋਟੇਨਿਊਜ਼ ਕਿਹੜਾ ਹੈ ਸਾਡਾ OP ਉਹਦਾ ਸਕੁਅਰ ਕਰਤਾ ਇਕੁਅਲ ਟੂ ਬੇਸ ਸਾਡਾ ਬੇਸ ਹੈਗਾ OM ਸਕੁਅਰ ਪਲੱਸ ਪਰਪੈਂਡੀਕੂਲਰ ਸਾਡੇ ਕੋਲ ਹੈਗਾ PM ਸਕੁਅਰ ਅਸੀਂ ਇਥੇ ਪਾਇਥਾਗੋਰਸ ਥਿਊਰਮ ਅਪਲਾਈ ਕਰ ਦਿੱਤੀ ਨਾਓ ਵਾਟ ਇਜ਼ OP ਇਜ਼ ਇਕੁਅਲ ਟੂ A ਉੱਪਰ ਆ ਜਾਏਗਾ ਸਕੁਅਰ ਅਸੀਂ ਜਦੋਂ ਪਾਇਥਾਗੋਰਸ ਥਿਊਰਮ ਲਗਾਣੀ ਹੈ ਅਸੀਂ ਸਿਰਫ ਉਹਦੀ ਸਾਈਡਸ ਦੇਖਣੀ ਹੈ ਡਾਇਰੈਕਸ਼ਨ ਨਹੀਂ ਲੈ ਰਹੇ ਸਿਰਫ ਉਹਦਾ ਮੈਗਨੀਟਿਊਡ ਲੈ ਰਹੇ ਅਸੀਂ ਓਨਲੀ ਵੀ ਆਰ ਟੇਕਿੰਗ ਦਾ ਮੈਗਨੀਟਿਊਡ ਨਾਓ ਵਾਟ ਇਜ਼ OM ਹਾਂਜੀ OM ਦੀ ਵੈਲਿਊ ਕਿੰਨੀ ਹੋਏਗੀ ਕਈ ਸਟੂਡੈਂਟ ਇਹਨੂੰ AX ਵੈਕਟਰ ਦਾ ਸਕੁਅਰ ਕਰ ਦਿੰਦੇ ਆ ਜਦ ਕਿ ਵੀ ਆਰ ਟੇਕਿੰਗ ਓਨਲੀ ਮੈਗਨੀਟਿਊਡ ਸਾਈਡ ਲੈਣੀ ਹੈ ਇਹ ਕਿੰਨੀ ਹੈ ਮੈਗਨੀਟਿਊਡ ਕਿੰਨਾ ਹੈ ਜਸਟ ਓਨਲੀ AX ਸਕੁਅਰ ਪਲੱਸ ਤੇ ਇਧਰੋਂ ਸਾਡੇ ਕੋਲ ਕਿਹੜਾ ਆ ਜਾਏਗਾ AY ਸਕੁਅਰ ਇਟ ਮੀਨਸ ਜਿਹੜਾ A ਹੈ ਉਹ ਆ ਜਾਏਗਾ AX ਸਕੁਅਰ ਪਲੱਸ AY ਸਕੁਅਰ ਉੱਪਰ ਆ ਗਿਆ ਅੰਡਰ ਰੂਟ ਨਾਓ ਥਿਸ ਇਜ਼ ਦਾ ਫਾਰਮੂਲਾ ਟੂ ਕੈਲਕੂਲੇਟ ਮੈਗਨੀਟਿਊਡ ਮੈਗਨੀਟਿਊਡ ਕੱਢਣ ਦਾ ਫਾਰਮੂਲਾ ਕੀ ਹੈ ਮੈਗਨੀਟਿਊਡ ਕੱਢਣਾ ਹੋਵੇ ਵੈਕਟਰ A ਦਾ ਜੋ i ਕੈਪ ਦਾ ਕੋਫੀਸ਼ੀਐਂਟ ਹੈ AX ਉਹਦਾ ਸਕੁਅਰ ਕਰ ਦੋ ਫਿਰ j ਕੈਪ ਦਾ ਜਿਹੜਾ ਕੋਫੀਸ਼ੀਐਂਟ ਹੈ ਉਹਦਾ ਵੀ ਸਕੁਅਰ ਕਰਕੇ ਪਲੱਸ ਕਰਕੇ ਉਹਦੇ ਉੱਤੇ ਜਿਹੜਾ ਹੈ ਅਸੀਂ ਸਕੁਅਰ ਰੂਟ ਜਿਹੜਾ ਉਹ ਪਾ ਦਾਂਗੇ ਇਸ ਤਰ੍ਹਾਂ ਤੁਸੀਂ ਇਹਦਾ ਜਿਹੜਾ ਮੈਗਨੀਟਿਊਡ ਕਰ ਸਕਦੇ ਹੋ ਫੋਰ ਐਗਜ਼ਾਮਪਲ ਮੰਨ ਲਓ ਵੀ ਸਾਡੇ ਕੋਲ A ਵੈਕਟਰ ਹੈ 2i ਕੈਪ ਪਲੱਸ 3j ਕੈਪ ਨਾਓ ਇਹ ਕਿਹੜੀ ਫਾਰਮ ਹੈ ਰੈਕਟੈਂਗੂਲਰ ਰੈਜ਼ੋਲੂਸ਼ਨ ਫਾਰਮ ਤੇ ਮੈਂ ਤੁਹਾਨੂੰ ਪੁੱਛਿਆ ਕਿ ਇਹਦਾ ਮੈਗਨੀਟਿਊਡ ਫਾਈਂਡ ਕਰੋ ਇਸ A ਵੈਕਟਰ ਦਾ ਮੈਗਨੀਟਿਊਡ ਲੱਭਣਾ ਹੈ ਤੇ ਕੀ ਤਰੀਕਾ ਹੈ ਜੋ i ਕੈਪ ਦੇ ਨਾਲ ਲੱਗਾ ਹੈ ਉਹਦਾ ਸਕੁਅਰ ਕਰੋ ਕਹਿੰਦੀ i ਕੈਪ ਨਾਲ ਕੀ ਲੱਗਾ ਹੈ 2 ਇੱਥੇ ਕਰਾਂਗੇ 2 ਦਾ ਸਕੁਅਰ ਪਲੱਸ ਤੁਸੀਂ ਪਲੱਸ ਹੀ ਪਾਣਾ ਹੈ ਤੇ ਇੱਥੇ ਆ ਜਾਏਗਾ 3 ਦਾ ਸਕੁਅਰ ਉੱਤੇ ਅੰਡਰ ਰੂਟ ਇਟ ਵਿਲ ਬੀ 4 plus 9 now it will be 13 under root
ਇਸ ਤਰ੍ਹਾਂ ਤੁਸੀਂ ਮੈਗਨੀਟਿਊਡ ਫਾਈਂਡ ਕਰਨਾ ਹੈ। ਇਹ ਬਹੁਤ ਹੀ ਇੰਪੋਰਟੈਂਟ ਪਾਰਟ ਜੇ। ਇਹ ਯਾਦ ਕਰ ਲਓ ਕਿ ਕਿਸੇ ਵੀ ਵੈਕਟਰ ਦਾ ਮੈਗਨੀਟਿਊਡ ਜੇ ਫਾਈਂਡ ਕਰਨਾ ਹੈ, ਉਹ i ਤੇ j ਦੇ ਕੋਐਫੀਸ਼ੀਐਂਟਸ ਨੇ, ਉਹਨਾਂ ਦਾ ਸਕੁਅਰ ਕਰਕੇ ਪਲੱਸ ਕਰਕੇ ਉੱਤੇ ਅੰਡਰ ਰੂਟ ਪਾ ਦੇਣਾ ਹੈ। ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਜੇ, ਕਿਉਂਕਿ ਨਿਊਮੈਰੀਕਲ ਪ੍ਰੋਬਲਮਸ ਦੇ ਵਿੱਚ ਇਹਨੂੰ ਅਸੀਂ ਡਿਸਕਸ ਕਰਨਾ ਹੈ। ਬਾਰ-ਬਾਰ ਇਹ ਜਿਹੜੀ ਚੀਜ਼ ਤੁਹਾਡੇ ਕੋਲ ਆਏਗੀ। ਨਾਓ ਇਸ ਤੋਂ ਬਾਅਦ ਆ ਜਿਹੜਾ ਐਂਗਲ ਲਿਖਿਆ ਸੀ ਥੀਟਾ, ਨਾਓ ਮੋਸਟ ਇੰਪੋਰਟੈਂਟ ਪਾਰਟ, ਇੱਕ ਹੋਰ ਜਿਹੜਾ ਇੰਪੋਰਟੈਂਟ ਪਾਰਟ ਜੇ, ਇਹਦਾ ਧਿਆਨ ਨਾਲ ਸੁਣ ਲਓ ਤੇ ਆਪਣੇ ਮਾਈਂਡ ਵਿੱਚ ਇਹਨੂੰ ਵਸਾ ਲੈਣਾ। ਨਾਓ ਇਸ ਰਾਈਟ ਐਂਗਲ ਟ੍ਰਾਇੰਗਲ ਦੇ ਵਿੱਚ ਦੇਖੋ, ਇਨ ਰਾਈਟ ਐਂਗਲ ਟ੍ਰਾਇੰਗਲ ਸਾਡੇ ਕੋਲ ਹੈਗੀ ਆ OMP। ਇਸ OMP ਰਾਈਟ ਐਂਗਲ ਟ੍ਰਾਇੰਗਲ ਦੇ ਵਿੱਚ ਧਿਆਨ ਨਾਲ ਦੇਖੋ, ਅਸੀਂ cos ਥੀਟਾ ਨਿਕਾਲ ਸਕਦੇ ਹਾਂ। cos ਥੀਟਾ ਦਾ ਫਾਰਮੂਲਾ ਹੁੰਦਾ ਹੈ ਬੇਸ ਓਵਰ ਹਾਈਪੋਟੇਨਿਊਜ਼। ਨਾਓ ਦਿਸ ਇਜ਼ ਦਾ ਬੇਸ। ਬੇਸ ਕਿਹੜਾ ਹੋ ਗਿਆ ਸਾਡੇ ਕੋਲ, ਹੋ ਗਿਆ OM ਡਿਵਾਈਡਡ ਬਾਈ ਹਾਈਪੋਟੇਨਿਊਜ਼ ਕਿਹੜਾ ਹੋ ਗਿਆ OP, ਐਂਡ ਵੀ ਆਰ ਜਸਟ ਟੇਕਿੰਗ ਦਾ ਮੈਗਨੀਟਿਊਡ। ਜਦੋਂ ਵੀ ਅਸੀਂ ਪਾਈਥਾਗੋਰਸ ਥਿਊਰਮ ਲਗਾਣੀ ਹੈ, cos ਥੀਟਾ sin ਥੀਟਾ ਫਾਈਂਡ ਕਰਦੇ ਆ, ਜਸਟ ਵੀ ਵਿਲ ਟੇਕ देयर ਵੈਲਿਊਜ਼, ਡਾਇਰੈਕਸ਼ਨ ਨਹੀਂ ਲੈਣੀ, ਉਹਨਾਂ ਦਾ ਮੈਗਨੀਟਿਊਡ ਲੈਣਾ ਹੈ। ਨਾਓ ਵਾਟ ਇਜ਼ OM? ਸਾਨੂੰ ਪਤਾ ਹੈ OM ਦੀ ਵੈਲਿਊ। ਆਪਣੇ ਆਪ ਸੋਚੋ ਕਿ ਵੈਕਟਰ ਪਏਗਾ, ਹਾਂਜੀ ਵੈਕਟਰ ਪਏਗਾ ਕਿ ਨਹੀਂ ਪਏਗਾ, ਜਸਟ ਓਨਲੀ ਮੈਗਨੀਟਿਊਡ। ਵਾਟ ਇਜ਼ OP? O ਤੋਂ ਲੈ ਕੇ P ਸਾਡੇ ਕੋਲ ਹੈਗਾ A, ਵੈਕਟਰ A ਦਾ ਸਾਡੇ ਕੋਲ ਆ ਗਿਆ ਮੈਗਨੀਟਿਊਡ। ਹਾਂਜੀ ਕਲੀਅਰ। ਨਾਓ AX ਕਿੰਨਾ ਆਇਆ, क्रॉस मल्टीप्लाई करके इनू ਇਹਦੇ ਉੱਪਰ ਲੈ ਗਏ, इट विल बिकम a cos थीटा। ax ਦੀ ਜਿਹੜੀ ਵੈਲਿਊ ਹੈ ਉਹ ਆਪਾਂ ਫਾਈਂਡ ਕਰ ਲਈ ਇਨ ਟਰਮ ਆਫ ਐਂਗਲ। ਨਾਓ ax is equal to a cos थीटा। ਇਹਦੀ ਜਿਹੜੀ ਵੈਲਿਊ ਹੈ ਅਸੀਂ ਫਾਈਂਡ ਕੀਤੀ ਹੈ ਜਸਟ ਓਨਲੀ ax ਦੀ, ਇਹਦੀ ਵੈਲਿਊ ਇਹ ਆ ਗਈ ਸਾਡੇ ਕੋਲ a cos थीटा। ਨਾਓ ਸਿਮਿਲਰਲੀ ਇਸੇ ਟ੍ਰਾਇੰਗਲ ਦੇ ਵਿੱਚੋਂ ਜੇ ਅਸੀਂ ਹੁਣ ਫਾਈਂਡ ਕਰਦੇ ਹਾਂ sin ਥੀਟਾ, ਇਸੇ ਟ੍ਰਾਇੰਗਲ ਦੇ ਵਿੱਚੋਂ ਅਸੀਂ ਹੁਣ ਫਾਈਂਡ ਕਰਨ ਲੱਗੇ ਹਾਂ sin ਥੀਟਾ। ਨਾਓ sin ਥੀਟਾ ਦਾ ਜਿਹੜਾ ਫਾਰਮੂਲਾ ਹੁੰਦਾ ਹੈ ਪਰਪੈਂਡੀਕੂਲਰ ਓਵਰ ਹਾਈਪੋਟੇਨਿਊਜ਼, ਤੇ ਪਰਪੈਂਡੀਕੂਲਰ ਕਿਹੜਾ ਬਣਦਾ ਸਾਡੇ ਕੋਲ, ਇਟ ਇਜ਼ ਇਕੁਅਲ ਟੂ PM, ਤੇ ਹਾਈਪੋਟੇਨਿਊਜ਼ ਕਿਹੜਾ ਬਣਦਾ ਹੈ, ਇਟ ਇਜ਼ A। ਨਾਓ A ਦੀ ਜਗ੍ਹਾ ਤੇ ਪਹਿਲਾਂ ਅਸੀਂ ਲਿਖ ਦਿੰਦੇ ਆ OP। ਨਾਓ ਵਾਟ ਇਜ਼ PM? PM ਦੀ ਵੈਲਿਊ ਜਿਹੜੀ ਹੈ ਸਾਡੇ ਕੋਲ AY, ਐਂਡ ਵਾਟ ਇਜ਼ OP? OP ਦੀ ਵੈਲਿਊ ਜਿਹੜੀ ਹੈ ਸਾਡੇ ਕੋਲ A। ਨਾਓ ਦਿਸ ਇੰਪਲਾਈ AY ਦੀ ਵੈਲਿਊ ਕਿੰਨੀ ਆਏਗੀ, ਕ੍ਰਾਸ ਮਲਟੀਪਲਾਈ ਕਰ ਲਿਆ, ਇਟ ਵਿਲ ਇਕੁਅਲ ਟੂ A sin ਥੀਟਾ। ਨਾਓ AY ਦੀ ਵੈਲਿਊ ਵੀ ਅਸੀਂ ਜਿਹੜੀ ਫਾਈਂਡ ਕਰ ਲਈ, ਤੇ AX ਦੀ ਜਿਹੜੀ ਵੈਲਿਊ ਹੈ ਉਹ ਵੀ ਅਸੀਂ ਜਿਹੜੀ ਹੈ ਉਹ ਆਪਾਂ ਫਾਈਂਡ ਕਰ ਚੁੱਕੇ ਹਾਂ। ਨਾਓ ਇਹ ਦੋ ਕੰਪੋਨੈਂਟਸ ਨੇ। what is the component of A? ਧਿਆਨ ਨਾਲ ਦੇਖੋ, what is the component of A along x axis? This is a component of A along x axis, it is A cos theta. What is the component of A along y axis? It is A sin theta. y वाले पासे sin आएगा, x axis वाले पासे ਜਿਹੜਾ ਹੈ ਉਹ cos ਵਾਲਾ ਕੰਪੋਨੈਂਟ ਆਏਗਾ। ਇਹ ਚੀਜ਼ ਤੁਸੀਂ ਆਪਣੇ ਮਾਈਂਡ ਵਿੱਚ ਪਹਿਲਾਂ ਯਾਦ ਕਰੋ। ਫਿਰ ਦੇਖੋ ਐਂਗਲ ਕਿਹੜੇ ਪਾਸੇ ਬਣਿਆ, ਦੇਖੋ ਧਿਆਨ ਨਾਲ, ਇੱਕ ਚੀਜ਼ ਬਹੁਤ ਇੰਪੋਰਟੈਂਟ, ਐਂਗਲ ਕਿਹੜੇ ਪਾਸੇ ਬਣਿਆ। ਐਂਗਲ ਜਿਹੜਾ ਮੈਂ ਦਿੱਤਾ ਹੈ ਨਾ ਡਾਇਗਰਾਮ 'ਚ, ਉਹ x ਐਕਸਿਸ ਦੇ ਨਾਲ ਦਿੱਤਾ ਹੈ। ਆਹ ਵਾਲਾ ਜਿਹੜਾ ਐਂਗਲ ਹੈ x ਐਕਸਿਸ ਦੇ ਨਾਲ ਹੈ। ਜਿਹਦੇ ਨਾਲ ਐਂਗਲ ਬਣੇਗਾ ਉਧਰ cos ਆਏਗਾ, ਤੇ ਜਿਹੜੇ ਪਾਸੇ ਐਂਗਲ ਨਹੀਂ ਸ਼ੋ ਹੋ ਰਿਹਾ ਉਧਰਲੇ ਵਾਲੇ ਪਾਸੇ ਤੁਹਾਡਾ ਜਿਹੜਾ ਆਏਗਾ ਉਹ sin ਥੀਟਾ ਵਾਲਾ ਜਿਹੜਾ ਹੈ ਉਹ ਕੰਪੋਨੈਂਟ ਆਏਗਾ। ਨਾਓ ਆਓ ਇਸ ਨੂੰ ਜਿਹੜਾ ਹੈ ਡਿਫਰੈਂਟ ਡਾਇਗਰਾਮਸ ਦੇ ਅਕੋਰਡਿੰਗ ਅਸੀਂ ਸਮਝਣ ਦੀ ਕੋਸ਼ਿਸ਼ ਕਰੀਏ। ਮੰਨ ਲਓ ਵੀ ਆਹ ਵੈਕਟਰ ਹੈ ਸਾਡੇ ਕੋਲ, ਕੋਈ ਐਨੀ ਵੈਕਟਰ, ਸਪੋਜ਼ ਇਟ ਇਜ਼ V ਵੈਕਟਰ। ਤੁਹਾਨੂੰ ਕਿਹਾ ਜਾਂਦਾ ਹੈ ਇਹਦੇ ਦੋ ਕੰਪੋਨੈਂਟਸ ਬਣਾਓ ਜਿਹੜੇ ਆਪਸ ਵਿੱਚ ਪਰਪੈਂਡੀਕੂਲਰ ਨੇ, ਰੈਕਟੈਂਗੂਲਰ ਕੰਪੋਨੈਂਟ ਬਣਾਓ। ਇਸ ਵੈਕਟਰ ਨੂੰ ਦੋ ਪਾਰਟਸ ਵਿੱਚ ਡਿਵਾਈਡ ਕਰੋ ਜਿਹੜੇ ਰੈਕਟੈਂਗੂਲਰ ਹੋਣ। ਅਸੀਂ ਕੀ ਕਰਾਂਗੇ, ਸਭ ਤੋਂ ਪਹਿਲਾਂ ਇਹਦੀ ਟੇਲ ਤੇ ਚੱਲੋ। ਪਹਿਲਾ ਸਟੈਪ ਕੀ ਹੈ, ਉਸ ਵੈਕਟਰ ਦੀ ਕਿੱਥੇ ਜਾਓਗੇ, ਟੇਲ ਦੇ ਉੱਤੇ। ਟੇਲ ਤੋਂ ਜਾ ਕੇ ਦੋ ਪਰਪੈਂਡੀਕੂਲਰ ਲਾਈਨਸ ਡਰਾ ਕਰ ਦੇਣੀਆਂ ਲਾਈਕ ਦਿਸ।
एक x ਦੇ ਲੌਂਗ ਇੱਕ y ਦੇ ਲੌਂਗ ਕਲੀਅਰ ਟੇਲ ਤੇ ਜਾਣਾ ਹੈ ਜਿਹੜੇ ਵੈਕਟਰ ਦੇ ਅਸੀਂ ਰੈਕਟੈਂਗੂਲਰ ਕੰਪੋਨੈਂਟ ਬਣਾਣੇ ਨੇ ਉਸ ਵੈਕਟਰ ਦੀ ਟੇਲ ਤੇ ਜਾਣਾ ਹੈ ਟੇਲ ਤੇ ਜਾਣ ਤੋਂ ਬਾਅਦ ਇਥੋਂ ਅਸੀਂ ਦੋ ਪਰਪੈਂਡੀਕੂਲਰ ਵੈਕਟਰ ਡਰਾ ਕਰਨੇ ਨੇ ਇਸ ਤਰ੍ਹਾਂ ਡਰਾ ਕਰਨੇ ਨੇ ਕਿ ਆਹ ਵਾਲਾ ਜਿਹੜਾ ਵੈਕਟਰ ਹੈ ਇਹਨਾਂ ਦੋਨਾਂ ਦੇ ਵਿਚਕਾਰ ਆ ਜੇ ਹਾਂਜੀ ਠੀਕ ਨਾਓ ਫਿਰ डायग्राम देखनी है कि एंगल किथे है सपोज हेयर इज द एंगल साडा एंगल इथे दिता है प्रॉब्लम दे विच इथे एंगल है थीटा फिर इधर वाले पासे केड़ा कंपोनेंट होएगा जिधर एंगल दिता है उधर वाले पासे पहला इथों देखना v लिख लेना है इथे पा देना है cos थीटा ते इधर वाले पासे तुसी v लिख के sin थीटा लिख देना है जो आ वेक्टर है वो इथे लिखना जे नाल हाँ जी क्लीयर ते वेक्टर नहीं पाना इन्हां दे उत्ते एक v cos थीटा एक बन जाएगा साडे कोल v sin थीटा इन केस स्टूडेंट्स नोट करो इन केस एंगल इथे गिवन होवे मान लो भी एंगल इस पासे तुहानू डायग्राम च नजर आ रहा है फिर ध्यान देना है फिर इस पासे एंगल बनया इधर वाले पासे cos हो जाएगा ते जेड़े पासे एंगल नहीं नजर आ रहा उधरले पासे जिहड़ा है साडा sin थीटा वाला कंपोनेंट हो जाएगा आई थिंक कि तुहानू आ चीज जिहड़ी है वो क्लीयर होगी कि कंपोनेंट जिहड़े ने वो तुसी किस तरह बनाने ने ते जे मैं आ वेक्टर की गल करा सपोज इट इज एनी वेक्टर ए कोई है वेक्टर ਇਹਦੇ ਦੋ ਪਾਰਟਸ ਕਰੋ ਹਾਂਜੀ ਪਹਿਲਾ ਤਰੀਕਾ ਸੋਚੋ ਕੀ ਦੱਸਿਆ ਸੀ ਹੁਣੇ ਮੈਂ ਇਹਦੇ ਦੋ ਪਾਰਟਸ ਜਦੋਂ ਅਸੀਂ ਇਹਨੂੰ ਡਿਵਾਈਡ ਕਰਨਾ ਹੈ ਤੇ ਪਹਿਲਾ ਜਿਹੜਾ ਸਾਡਾ ਤਰੀਕਾ ਕੀ ਹੈ ਕਿ ਅਸੀਂ ਇਹਦੀ ਕਿੱਥੇ ਜਾਵਾਂਗੇ ਟੇਲ ਤੇ ਜਾਵਾਂਗੇ ਟੇਲ ਤੇ ਜਾਣ ਤੋਂ ਬਾਅਦ ਕੀ ਕਰਾਂਗੇ ਦੋ ਪਰਪੈਂਡੀਕੂਲਰ ਲਾਈਨਸ ਇਸ ਤਰ੍ਹਾਂ ਡਰਾ ਕਰਨੀਆਂ ਨੇ ਜਿਹੜੀਆਂ ਆਪਸ ਵਿੱਚ ਪਰਪੈਂਡੀਕੂਲਰ ਹੋਣ ਤੇ ਆਹ ਵੈਕਟਰ ਉਹਨਾਂ ਦੇ ਅੰਦਰ ਆਵੇ ਇਧਰ ਨਾ ਕਰ ਦਿਓ ਇਧਰਲੇ ਪਾਸੇ ਨਹੀਂ ਕਰਨੀ ਜੇ ਇਧਰ ਡਰਾ ਕਰ ਦੋਗੇ ਤੇ ਆਹ ਵੈਕਟਰ ਬਾਹਰ ਹੋ ਜਾਏਗਾ ਆਹ ਵੈਕਟਰ ਉਹਦੇ ਅੰਦਰ ਆਣਾ ਚਾਹੀਦਾ ਅਸੀਂ ਇਸ ਤਰ੍ਹਾਂ ਦੋ ਵੈਕਟਰ ਡਰਾ ਕਰਦੇ ਸਪੋਜ਼ here is angle 30 degree ਤੁਹਾਨੂੰ ਇੱਥੇ ਡਾਇਗਰਾਮ ਵਿੱਚ ਐਂਗਲ ਦਿੱਤਾ ਹੈ 30 ਡਿਗਰੀ ਐਂਗਲ ਗਿਵਨ ਹੈ ਐਟ ਥੀਟੇ ਦੀ ਵੈਲਿਊ ਹੈ ਹਾਂਜੀ ਦੱਸੋ ਇਸ ਪਾਸੇ ਕੰਪੋਨੈਂਟ ਕਿਹੜਾ ਹੋਏਗਾ here will be a ਪਹਿਲਾਂ a ਲਿਖ ਲੈਣਾ ਹੈ ਤੇ ਨਾਲ cos ਲਗਾਓਗੇ ਕਿਉਂਕਿ ਐਂਗਲ ਦਿੱਤਾ ਹੈ ਤੇ ਇੱਥੇ ਆ ਜਾਏਗਾ 30 ਡਿਗਰੀ ਕਿਉਂਕਿ ਥੀਟਾ 30 ਹੈ ਤੇ ਇਧਰਲੇ ਪਾਸੇ ਕਿਹੜਾ ਆਏਗਾ a ਸਾਨੂੰ ਮਿਲ ਜਾਏਗਾ a sin ਤੇ ਨਾਲ ਆ ਜਾਏਗਾ ਸਾਡੇ ਕੋਲ 30 ਡਿਗਰੀ ਇਸ ਤਰ੍ਹਾਂ ਤੁਸੀਂ ਜਿਹੜੇ ਇਹਦੇ ਕੰਪੋਨੈਂਟਸ ਜਿਹੜੇ ਨੇ ਤੁਸੀਂ ਉਹ ਤਿਆਰ ਕਰਨੇ ਨੇ ਕਿਸੇ ਵੀ ਵੈਕਟਰ ਨੂੰ ਮੈਂ ਦੋ ਪਾਰਟਸ ਵਿੱਚ ਡਿਵਾਈਡ ਕਰ ਸਕਦਾ ਹਾਂ ਲਓ ਇੱਕ ਹੋਰ ਐਗਜ਼ਾਮਪਲ ਦੇਖ ਲਓ ਜੇ ਤੁਸੀਂ ਇਹਨੂੰ ਆਪਣੇ ਅਕੋਰਡਿੰਗ ਕਰ ਸਕਦੇ ਹੋ ਤੇ ਦੱਸੋ ਵੀ ਇਹਨੂੰ ਕਿਵੇਂ ਦੋ ਵੈਕਟਰ ਵਿੱਚ ਡਿਵਾਈਡ ਕਰੋਗੇ ਨਾਓ ਥਿਸ ਇਜ਼ f ਵੈਕਟਰ ਕੋਈ ਫੋਰਸ ਵੈਕਟਰ ਹੈ ਇਹਦੇ ਦੋ ਪਾਰਟਸ ਅਸੀਂ ਕਰਨੇ ਆ ਸਭ ਨਾਲ ਪਹਿਲਾਂ ਇਹਦੀ ਅਸੀਂ ਜਾਵਾਂਗੇ ਟੇਲ ਤੇ ਟੇਲ ਤੋਂ ਇੱਕ ਥੱਲੇ ਨੂੰ ਡਰਾ ਕੀਤਾ एक बिल्कुल ਇਹਦੇ परपेंडिकुलर एंगल हो गया नाउ एंगल ਦੇ अकॉर्डिंग चलना है सपोज दिस एंगल इज थीटा नाउ इधर एंगल है here will be f cos theta now here will be f sin theta ਇਹ ਸਾਡੇ ਜਿਹੜੇ ਹੋਣਗੇ ਕੰਪੋਨੈਂਟਸ ਹੋਣਗੇ ਇਹ ਦੋਨੋਂ ਆਪਸ ਵਿੱਚ ਜਿਹੜੇ ਨੇ ਉਹ ਰੈਕਟੈਂਗੂਲਰ ਸਾਡੇ ਜਿਹੜੇ ਨੇ ਉਹ ਕੰਪੋਨੈਂਟਸ ਨੇ ਇਸ ਤਰ੍ਹਾਂ ਕਿਸੇ ਵੀ ਵੈਕਟਰ ਨੂੰ ਅਸੀਂ ਦੋ ਪਾਰਟਸ ਵਿੱਚ ਜਿਹੜਾ ਡਿਵਾਈਡ ਕਰ ਸਕਦੇ ਹਾਂ ਨਾउ suppose a vector is equal to 2i cap plus 3j cap मान लो भी a vector साडा 2i cap plus 3j cap है ते क्वेश्चन आ गया फाइंड सानू किया जाता है कि a cap लभो हाँ जी की लभना है यूनिट वेक्टर लभना है a वेक्टर दिता है केड़ी फॉर्म है रेक्टेंगुलर कंपोनेंट फॉर्म है फाइंड की करना है यूनिट वेक्टर फाइंड करना है नाउ यूनिट वेक्टर दा की फार्मूला होता है आ देखो द सॉल्यूशन यूनिट वेक्टर दा फार्मूला की होता है वेक्टर नु ओदे ही मैग्नीट्यूड दे नाल की कर दिंने आपां डिवाइड कर दिंने आ यूनिट वेक्टर ਅਸੀਂ ਪੜਿਆ ਸੀ वेक्टर पार्ट 3 ਦੇ ਵਿੱਚ नाउ व्हाट इज a वेक्टर आ देखो a वेक्टर ਇੱਥੇ ਆ ਜਾਏਗਾ 2i कैप प्लस 3j कैप नाउ थल्ले की चीज है थल्ले हैगा वैक्टर दा मैग्नीट्यूड ਤੇ ਦੱਸੋ ਵੈਕਟਰ ਦਾ ਮੈਗਨੀਟਿਊਡ ਹੁਣੇ ਮੈਂ ਪਿੱਛੇ ਦੱਸਿਆ ਕਿਵੇਂ ਨਿਕਾਲਦੇ ਆ ਮੈਗਨੀਟਿਊਡ ਕੱਢਣ ਦਾ ਤਰੀਕਾ ਕੀ ਹੈ i ਦਾ ਜਿਹੜਾ ਕੋਐਫੀਸ਼ੀਐਂਟ ਹੈ ਸਕੁਅਰ ਕਰੋ j ਦਾ ਕੋਐਫੀਸ਼ੀਐਂਟ ਦਾ ਸਕੁਅਰ ਕਰੋ ਤੇ ਉੱਤੇ ਤੁਸੀਂ ਸਕੁਅਰ ਰੂਟ ਪਾ ਦਿਓ ਤੇ ਇਹਦਾ ਆਨਸਰ ਆ ਜਾਏਗਾ 2i कैप plus 3j कैप ਡਿਵਾਈਡਡ ਬਾਈ ਸਾਡੇ ਕੋਲ ਆ ਜਾਏਗਾ 13
this is the value of unit vector। ਇਸ ਤਰ੍ਹਾਂ ਤੁਸੀਂ ਜਿਹੜਾ ਹੈ ਕੋਈ ਵੀ ਯੂਨਿਟ ਵੈਕਟਰ ਫਾਈਂਡ ਆਊਟ ਕਰ ਸਕਦੇ ਹਾਂ। ਨਾਓ ਇਹਦੇ ਵਿੱਚ ਅਸੀਂ ਕੀ ਕੀਤਾ ਹੈ, ਵੈਕਟਰ ਨੂੰ ਪਲੇਨ ਦੇ ਵਿੱਚ ਲਿਆ। ਪਲੇਨ ਇਜ਼ ਅ 2 ਡਾਈਮੈਂਸ਼ਨ ਫਿਗਰ। ਤੇ ਜੇ ਅਸੀਂ ਸਪੇਸ ਦੀ ਗੱਲ ਕਰੀਏ, ਸਪੇਸ ਹਾਂਜੀ 3D ਫਿਗਰ, ਵੈਕਟਰ ਨੂੰ ਅਸੀਂ ਜੇ ਸਪੇਸ ਵਿੱਚ ਰਿਪਰੈਜ਼ੈਂਟ ਕਰਨਾ ਹੈ ਤੇ ਉਹਦੇ 3 ਪਾਰਟਸ ਹੋਣਗੇ। ਫਿਰ ਅਸੀਂ ਵੈਕਟਰ ਨੂੰ 3 ਪਾਰਟਸ ਕਿਵੇਂ ਲਿਖਾਂਗੇ, ax i ਕੈਪ, ਅੱਗੇ ਆ ਜਾਏਗਾ ay j ਕੈਪ ਤੇ ਨਾਲ ਆ ਜਾਏਗਾ az k ਕੈਪ। It is also a rectangular component of vector, but ਇਹ ਕਾਦੇ ਵਿੱਚ ਹੈਗਾ, ਸਾਡਾ ਸਪੇਸ ਦੇ ਵਿੱਚ ਹੈਗਾ। ਤੇ ਮੈਗਨੀਟਿਊਡ ਕਿਵੇਂ ਕੱਢੋਗੇ, ਮੈਗਨੀਟਿਊਡ ਕੱਢਣ ਦਾ ਤਰੀਕਾ, ਜੋ i ਦਾ ਕੋਐਫੀਸ਼ੀਐਂਟ ਹੈ ਸਕੁਅਰ, ਜੋ j ਦਾ ਕੋਐਫੀਸ਼ੀਐਂਟ ਹੈ ਸਕੁਅਰ, ਜੋ k ਦਾ ਕੋਐਫੀਸ਼ੀਐਂਟ ਹੈ ਸਕੁਅਰ, ਤੇ ਉੱਤੇ ਤੁਸੀਂ ਕੀ ਪਾ ਦੇਣਾ ਹੈਗਾ, ਸਕੁਅਰ ਰੂਟ ਪਾ ਦੇਣਾ। ਇਸ ਤਰ੍ਹਾਂ ਤੁਸੀਂ ਜਿਹੜਾ ਹੈ ਫਾਰਮੂਲੇ ਨੂੰ ਅਸੀਂ ਵਧਾ ਲਿਆ। ਜੇ ਪਲੇਨ ਹੈ ਤੇ i ਤੇ j ਰਹਿਣਗੇ, ਤੇ ਜੇ ਤੁਹਾਡੇ ਕੋਲ ਸਪੇਸ ਵੀ ਹੈ ਤੇ 3D ਫਿਗਰ ਹੈ ਤੇ ਉਦੋਂ ਫਿਰ ਵੈਕਟਰ ਦੇ ਜਿਹੜੇ ਨੇ 3 ਕੰਪੋਨੈਂਟਸ ਹੋਣਗੇ ਜਿਹੜੇ ਆਪਸ ਵਿੱਚ ਜਿਹੜੇ ਨੇ ਇੱਕ ਦੂਸਰੇ ਦੇ ਪਰਪੈਂਡੀਕੂਲਰ ਹੋਣਗੇ। ਨਾਓ ਇੱਥੋਂ ਤੱਕ ਤੁਹਾਨੂੰ ਇਹ ਸਾਰਾ ਕਲੀਅਰ ਹੋਇਆ। ਨੈਕਸਟ ਲੈਕਚਰ ਦੇ ਵਿੱਚ ਅਸੀਂ ਜਿਹੜਾ ਹੈ ਰੈਕਟੈਂਗੂਲਰ ਰੈਜ਼ੋਲੂਸ਼ਨ ਦੀਆਂ ਕੁਝ ਐਪਲੀਕੇਸ਼ਨਸ ਜਿਹੜੀਆਂ ਆਪਾਂ ਸਟੱਡੀ ਕਰਾਂਗੇ ਡੇਲੀ ਲਾਈਫ ਦੇ ਵਿੱਚੋਂ। ਥੈਂਕ ਯੂ।